ਹੋਏ ਇਹ ਆਣਾ ਤਾਨ ਹੁੰਦੇ ਹੋਏ ਨਤਾਣਾ ਅਣਹੋਂਦਾ ਆਪ ਵੰਡਾਏ ਕੋ ਐਸਾ ਭਗਤ ਸਦਾਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਸਭ ਕਹਿੰਦੇ ਨੇ ਤੇਰੇ ਕੋਲ ਮਤ ਹੋਵੇ ਤੇ ਮਤ ਹੋਣ ਦੇ ਬਾਵਜੂਦ ਵੀ ਤੈਨੂੰ ਮਤ ਦਾ ਹੰਕਾਰ ਨਾ ਹੋਵੇ। ਭਾਵ ਤੇਰੇ ਕੋਲ ਜੇ ਗਿਆਨ ਹੋਵੇ ਰੱਬੀ ਤੇ ਤੈਨੂੰ ਆਪਣੇ ਗਿਆਨ ਦਾ ਅਹੰਕਾਰ ਨਾ ਹੋਵੇ। ਜੇ ਸੱਚ ਵਿੱਚ ਤੂੰ ਗੁਰੂ ਦੇ ਚਰਨਾਂ ਵਿੱਚੋਂ ਨਿਮਰਤਾ, ਗਰੀਬੀ ਔਰ ਪਿਆਰ ਵਾਲਾ ਜੀਵਨ ਜਿਉਣਾ ਚਾਹੁੰਦਾ ਹੈ ਤੇ ਸਤਿਗੁਰ ਕਹਿੰਦੇ ਨੇ ਰੱਬ ਦੀ ਦਿੱਤੀ ਹੋਈ ਮਤ, ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਕਦੀ ਅਹੰਕਾਰ ਨਾ ਕਰੀ। ਇੱਕ ਸ਼ਬਦ ਆਪ ਬਾਣੀ ਵਿੱਚੋਂ ਪੜ੍ਹਦੇ ਹੋ, ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਬਚਨ ਨੇ। ਉਹ ਕਹਿੰਦੇ ਨੇ ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਜਿਨ੍ਹਾਂ ਨੂੰ ਆਪਣੀਆਂ ਵਡਿਆਈਆਂ ਦਾ ਅਹੰਕਾਰ ਹੈ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ ਧਨ ਜੋਬਨ ਆਗਾ। ਉਹ ਵਡਿਆਈਆਂ ਕਿਹੜੀਆਂ? ਸਤਿਗੁਰ ਕਹਿੰਦੇ ਨੇ ਧਨ ਦੀ ਵਡਿਆਈ, ਜੋਬਨ ਭਾਵ ਜਵਾਨੀ ਦੀ ਵਡਿਆਈ, ਭਾਵ ਬੰਦੇ ਕੋਲੋਂ ਧਨ ਬਹੁਤਾਤ ਵਿੱਚ ਆ ਜਾਏ ਇਨਸਾਨ ਤਾਂ ਵੀ ਬਵਰਾ ਹੋ ਜਾਂਦਾ ਹੈ ਤੇ ਬੰਦੇ ਕੋਲੋਂ ਜੇ ਰੂਪ ਸੁਹੱਪਣ ਬਾਹਰ ਦਾ ਚੰਗਾ ਹੋਵੇ, ਸੱਚੇ ਇਨਸਾਨ ਆਪਣੀ ਉਸ ਸੁਹੱਪਣ ਦਾ ਵੀ ਮਾਣ ਕਰ ਬੈਂਦਾ ਹੈ। ਗੁਰਦੇਵ ਪਿਤਾ ਜੀ ਕਹਿੰਦੇ ਨੇ ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਜਿਨ੍ਹਾਂ ਬੰਦਿਆਂ ਨੂੰ ਆਪਣੀਆਂ ਵਡਿਆਈਆਂ ਦਾ ਗਰਭ ਹੈ, ਅਹੰਕਾਰ ਹੈ, ਉਹ ਵਡਿਆਈਆਂ ਧਨ ਦੇ ਰੂਪ ਵਿੱਚ ਹੋਣ, ਉਹ ਵਡਿਆਈਆਂ ਬਾਹਰ ਦੀ ਸੁੰਦਰਤਾ ਦੇ ਰੂਪ ਵਿੱਚ ਹੋਣ। ਪਾਤਸ਼ਾਹ ਕਹਿੰਦੇ ਨੇ ਧਨ ਜੋਬਨ ਆਗਾ, ਨਾਲ ਬਚਨ ਕਿਹਾ ਖਾਲੀ ਚੱਲੇ ਧਨੀ ਸਿਉ ਟਿੱਬੇ ਜਿਉ ਮੀਹਾਂ। ਸਤਿਗੁਰ ਕਹਿੰਦੇ ਨੇ ਉਹ ਆਪਣੇ ਮਾਲਕ ਤੋਂ, ਆਪਣੇ ਪ੍ਰੀਤਮ ਤੋਂ ਸਦਾ ਸਖਣੇ ਰਹਿੰਦੇ ਨੇ। ਧੰਨ ਗੁਰੂ ਅਰਜਨ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਿਵੇਂ ਮੀਂਹ ਪੈਣ ਤੋਂ ਬਾਅਦ ਜਿਹੜੇ ਉੱਚੇ ਟਿੱਬੇ ਨੇ ਉਹ ਪਾਣੀ ਤੋਂ ਸਖਣੇ ਰਹਿ ਜਾਂਦੇ ਨੇ। ਸੱਚ ਇਹ ਹੈ ਮੀਂਹ ਕਿੰਨਾ ਵੀ ਪੈ ਜਾਏ ਉੱਚੇ ਟਿੱਬੇ ਤੇ ਕਦੀ ਪਾਣੀ ਨਹੀਂ ਖੜਾ ਹੁੰਦਾ, ਪਾਣੀ ਹਮੇਸ਼ਾ ਨਿਵਾਨ ਵੱਲ ਜਾਂਦਾ ਹੈ। ਸਤਿਗੁਰਾਂ ਨੇ ਬਾਣੀ ਵਿੱਚ ਕੁਝ ਬਚਨ ਬੜੇ ਪਿਆਰੇ ਕਹੇ ਵੀ ਅਸਲ ਵਿੱਚ ਫਿਰ ਪ੍ਰਮਾਤਮਾ ਦਾ ਭਗਤ ਉਹ ਚਾਹੀਦਾ ਕਿਹੋ ਜਿਹਾ ਹੈ। ਅੰਦਰ ਸਤਿਗੁਰ ਕਹਿੰਦੇ ਨੇ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ। ਜੇ ਸੁਖੀ ਵਸਣਾ ਚਾਹੁੰਦਾ ਹੈ ਤੇ ਪਾਤਸ਼ਾਹ ਕਹਿੰਦੇ ਨੇ ਫਿਰ ਆਪਣੇ ਅੰਦਰ ਗਰੀਬੀ, ਆਪਣੇ ਅੰਦਰ ਨਿਮਰਤਾ ਪੈਦਾ ਕਰ। ਇੱਕ ਬਚਨ ਆਉਂਦਾ ਹੈ ਸਾਹਿਬ ਦੀ ਪਾਵਨ ਬਾਣੀ ਵਿੱਚ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪੁੱਛਿਆ ਸਤਿਗੁਰ ਜੀ ਤੁਹਾਡੇ ਕੋਲੋਂ ਕੋਈ ਸ਼ਸਤਰ ਨਹੀਂ, ਖਾਸ ਕਰਕੇ ਇਹ ਬੇਨਤੀ ਹੈ ਸਾਧ ਸੰਗਤ ਸਾਡੇ ਜੀਵਨ ਦੇ ਅੰਦਰ ਬੜੀਆਂ ਐਸੀਆਂ ਕੰਡੀਸ਼ਨਾਂ, ਐਸੇ ਸਮੇਂ ਆਉਂਦੇ ਨੇ ਜਦੋਂ ਸਾਨੂੰ ਲੱਗਦਾ ਵੀ ਸ਼ਾਇਦ ਆਹ ਜਿਹੜੀਆਂ ਚੀਜ਼ਾਂ ਨੇ ਇਹ ਚੀਜ਼ਾਂ ਸਾਡੇ ਕੋਲ ਹੁੰਦੀਆਂ ਤੇ ਸਾਡਾ ਜੀਵਨ ਹੋਰ ਸੁਖੀ ਹੋਣਾ ਸੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੰਮ੍ਰਿਤਸਰ ਦੀ ਧਰਤੀ ਤੇ ਨੇ। ਇੱਥੇ ਸਤਿਗੁਰਾਂ ਦੇ ਭਰਾਤਾ ਜੋ ਬਾਬਾ ਪ੍ਰਿਥੀ ਚੰਦ ਨੇ, ਇਹਨਾਂ ਦੀ ਚੁੱਕ ਦੇ ਉੱਪਰ ਸੁਲਹੀ ਖਾਂ ਜਦੋਂ ਪੰਜਾਬ ਦੀ ਧਰਤੀ ਵੱਲ ਆ ਰਿਹਾ ਸੀ, ਇਹਨੇ ਸੁਲਹੀ ਖਾਂ ਨੂੰ ਪੱਟੀ ਪੜਾਈ ਪ੍ਰਿਥੀ ਚੰਦ ਨੇ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਖਿਲਾਫਤ ਵਿੱਚ ਲਿਆ ਕੇ ਖੜਾ ਕੀਤਾ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੁਰੂ ਕੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਕਹਿਣ ਲੱਗੇ ਦਾਤਾਰ ਪਿਤਾ ਵੇਖੋ ਮਾਲਕ ਦੀ ਕਿਰਪਾ ਕਿੰਨੀ ਇਸ ਧਰਤੀ ਤੇ, ਇਹਨੂੰ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਕਹਿੰਦੇ ਨੇ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬੱਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਸਤਿਗੁਰੂ ਇਹ ਸਾਰੀ ਧਰਤੀ ਦੇ ਥਾਂ ਭ੍ਰਮਣ ਕਰਕੇ ਵੇਖ ਲਓ, ਮੇਰੇ ਮਾਲਕ ਕਹਿੰਦੇ ਵਰਗੀ ਥਾਂ ਕਿਹੜੀ ਹੈ ਸੰਸਾਰ ਤੇ। ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਿੱਖਾਂ ਨੇ ਅੰਦਰੋਂ ਅੰਦਰੀ ਇਹ ਬੇਨਤੀ ਕੀਤੀ ਹੈ, ਇਹ ਗੱਲ ਭੇਜੀਏ ਕਿ ਜਿਹੜਾ ਸੁਲਹੀ ਖਾਂ ਹੈ ਉਹ ਪੰਜਾਬ ਦੀ ਧਰਤੀ ਦੇ ਵੱਲ ਤੁਹਾਡੀ ਖਿਲਾਫਤ ਵਿੱਚ ਤੁਹਾਨੂੰ ਦੁੱਖ ਦੇਣ ਦੇ ਲਈ, ਪੀੜਾ ਦੇਣ ਦੇ ਲਈ ਇਸ ਪੰਜਾਬ ਦੀ ਧਰਤੀ ਵੱਲ ਵੱਧ ਰਿਹਾ। ਮੇਰੇ ਸਤਿਗੁਰ ਜੀ ਕਿਰਪਾ ਕਰੋ, ਸਾਡਾ ਸੁਲਹੀ ਖਾਂ ਨਾਲ ਕੋਈ ਵਿਗਾੜ ਨਹੀਂ, ਤੁਸੀਂ ਇਹ ਕਿਰਪਾ ਕਰਕੇ ਕਿਸੇ ਸਿੱਖ ਨੂੰ ਭੇਜ ਦਿਓ, ਉਹ ਸੁਲਹੀ ਖਾਂ ਨਾਲ ਜਾ ਕੇ ਗੱਲ ਕਰੇ ਵੀ ਸੁਲਹੀ ਤੇਰੀ ਤੇ ਸਾਡੀ ਲੜਾਈ ਕਿਸ ਗੱਲ ਦੀ। ਤੁਸੀਂ ਕਿਸੇ ਸਿੱਖ ਨੂੰ ਭੇਜੋ ਜਾ ਕੇ ਉਹ ਸੁਲਹੀ ਨੂੰ ਕਹੇ। ਦਾਤਾਰ ਪਿਤਾ ਜੀ ਚੁੱਪ ਰਹੇ। ਸਿੱਖ ਫਿਰ ਬੋਲੇ ਦਾਤਾਰ ਪਿਤਾ ਜੀ ਤੁਸੀਂ ਚੁੱਪ ਹੋ, ਰਹਿਮਤ ਕਰੋ, ਮੇਰੇ ਮਾਲਕ ਤੁਹਾਡੀਆਂ ਰਮਜਾਂ ਤੁਸੀਂ ਜਾਣੋ। ਜੇ ਕਿਸੇ ਸਿੱਖ ਨੂੰ ਨਹੀਂ ਭੇਜਣਾ
ਤੇ ਸਤਿਗੁਰੂ ਸੁਲਹੀ ਦੇ ਹੱਥ ਕੋਈ ਚਿੱਠੀ ਭੇਜ ਦਿਓ, ਸੁਲਹੀ ਦੇ ਕੋਲੋਂ ਪਹੁੰਚ ਜਾਏ ਕਿਸੇ ਸਿੱਖ ਦੇ ਹੱਥ, ਤਾਂ ਕਿ ਉਹਨੂੰ ਪਤਾ ਲੱਗ ਜਾਏ ਵੀ ਸਾਡਾ ਤੇਰੇ ਨਾਲ ਕੋਈ ਵੈਰ ਨਹੀਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਦ ਵੀ ਚੁੱਪ ਰਹੇ। ਫਿਰ ਕਿਸੇ ਸਿੱਖ ਨੇ ਖੜੇ ਹੋ ਕੇ ਆਖਿਆ, ਦਾਤਾਰ ਪਿਤਾ ਜੀ, ਸਤਿਗੁਰ ਕੋਈ ਉਪਾਅ ਤੇ ਕੀਤਾ ਜਾਏ, ਕੋਈ ਉਪਾਅ ਤੇ ਕੀਤਾ ਜਾਏ ਨਾ। ਸਤਿਗੁਰ ਜੇ ਉਹ ਆ ਗਿਆ ਤੇ ਇਹ ਤੇ ਹੈ ਨਹੀਂ ਵੀ ਇੱਥੇ ਆ ਕੇ ਤੇ ਉਹ ਸਾਡੇ ਨਾਲ ਕੋਈ ਗੱਲਬਾਤ ਕਰੇਗਾ, ਕਿਉਂਕਿ ਦੁਸ਼ਮਣ ਦੀ ਚੁੱਕ ਵਿੱਚ ਆਇਆ ਹੈ, ਉਹਨੇ ਇੱਥੇ ਆਉਂਦਿਆਂ ਨਾਲ ਕਤਲੋ ਗਾਰਤ ਕਰਨੀ ਹੈ। ਮੇਰੇ ਸਤਿਗੁਰ ਕਿਰਪਾ ਕਰਕੇ ਕਿਸੇ ਸਿੱਖ ਨੂੰ ਭੇਜ ਦਿਓ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਚਨ ਕਹੇ, ਅੰਮ੍ਰਿਤ ਬਾਣੀ ਦੇ ਅੰਦਰ ਇਹ ਬਚਨ ਨੇ। ਸਭ ਕਹਿਣ ਲੱਗੇ, ਪ੍ਰਥਮੇ ਮਤਾ ਜੇ ਪਤਰੀ ਜਲਾਓ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਓ, ਤ੍ਰਿਤੀਏ ਮਤਾ ਕਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ। ਮੇਰੇ ਸਤਿਗੁਰੂ, ਮੈਂ ਸਭ ਕੁਝ ਛੱਡ ਕੇ ਸਿਰਫ ਤੇਰਾ ਧਿਆਨ, ਤੇਰਾ ਸਿਮਰਨ ਕੀਤਾ ਹੈ। ਜਿੱਥੇ ਪ੍ਰਮਾਤਮਾ ਦੀ ਯਾਦ ਹੋਏਗੀ, ਇੱਕ ਗੱਲ ਚੇਤੇ ਰੱਖਿਓ ਸਾਧ ਸੰਗਤ, ਇਸ ਸੁਰਤ ਵਿੱਚ ਰੱਬ ਟਿਕ ਜਾਏ। ਇਸ ਸੁਰਤ ਦੇ ਅੰਦਰ ਕੋਈ ਵਿਕਾਰ, ਕੋਈ ਪੀੜਾ, ਕੋਈ ਦੁੱਖ ਇਸ ਸੁਰਤ ਨੂੰ ਡੁਲਾ ਨਹੀਂ ਸਕਦਾ। ਤੇ ਜਿਹਦੇ ਜੀਵਨ ਵਿੱਚ ਕਰਤਾ ਆ ਜਾਏ, ਸੱਚ ਜਾਣਿਓ ਨੂੰ ਬਾਹਰ ਮੁਖੀ ਕੋਈ ਸ਼ਸਤਰ, ਕੋਈ ਤਲਵਾਰ, ਕੋਈ ਕਿਸੇ ਤਰ੍ਹਾਂ ਦਾ ਇਨਸਾਨ ਉਹਨੂੰ ਭੈਭੀਤ ਨਹੀਂ ਕਰ ਸਕਦਾ। ਸਾਹਿਬ ਨੇ ਬਚਨ ਕੇ, ਗਰੀਬੀ ਗਦਾ ਹਮਾਰੀ, ਸਾਹਿਬ ਕਹਿ ਲਗੇ ਸਾਡੇ ਕੋਲ ਗਰੀਬੀ ਦੀ ਗਦਾ ਹੈ। ਖੰਨਾ ਸਗਲ ਰੇਨ ਸ਼ਾਰੀ, ਇਸ ਆਗੇ ਕੋ ਨਾ ਟਿਕੈ ਵਿਕਾਰੀ। ਸਤਿਗੁਰ ਕਹਿਣ ਲੱਗੇ ਦੇ ਅੱਗੇ ਕੋਈ ਵਿਕਾਰੀ ਬਿਰਤੀ ਵਾਲਾ ਬੰਦਾ ਨਹੀਂ ਟਿਕਦਾ, ਸਾਡੇ ਕੋਲ ਗਰੀਬੀ ਦੀ ਗਦਾ ਹੈ। ਗੁਰਦੇਵ ਪਿਤਾ ਜੀ ਕਹਿੰਦੇ ਨੇ, ਤੂੰ ਆਪਣੇ ਅੰਦਰ ਨਿਮਰਤਾ ਲੈ ਕੇ ਆ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਨਿਵਾਰ ਦੇ, ਸੌਂਪ ਦੇ। ਪਾਤਸ਼ਾਹ ਕਹਿੰਦੇ ਨੇ, ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ। हे ਨਾਨਕ ਜੀ, ਵੇਖ ਵੱਡੇ ਵੱਡੇ ਅਹੰਕਾਰੀ ਇਸ ਸੰਸਾਰ ਦੇ ਅੰਦਰ ਮੈਂ ਖੱਪਦੇ ਹੋਏ, ਖੁਆਰ ਹੁੰਦੇ, ਵਿਕਾਰਾਂ ਦੇ ਹੱਥੋਂ ਗੁਲਤਾਨ ਹੋ ਕੇ ਤੜਫਦੇ ਵੇਖੇ ਨੇ। ਪਰ ਜਿਹਨੂੰ ਜੀਵਨ ਦੀ ਸਮਝ ਆ ਜਾਏ, ਉਹ ਫਿਰ ਬੜੀ ਹਲੀਮੀ ਤੇ ਨਿਮਰਤਾ ਵਿੱਚ ਜੀਂਦਾ ਹੈ। ਸਿਕੰਦਰ ਦੇ ਜੀਵਨ ਦੀ ਇੱਕ ਘਟਨਾ ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਮਸਕੀਨ ਜੀ ਦੀ ਵਿਚਾਰ ਸਾਧ ਸੰਗਤ, ਮੈਂ ਬੇਨਤੀ ਕਰਨਾ ਹੁੰਦਾ ਵੀ ਆਪ ਬਾਣੀ ਦਾ ਪਾਠ ਵੀ ਕਰੋ, ਬਾਣੀ ਦੀ ਕੀਰਤਨ ਵੀ ਸੁਣੋ, ਪਰ ਵਸ ਲੱਗੇ ਸਤਿਗੁਰ ਕੀ ਪਾਵਨ ਬਾਣੀ ਨੂੰ ਸਮਝਣ ਦਾ ਯਤਨ ਜ਼ਰੂਰ ਕਰੋ। ਮਸਕੀਨ ਜੀ ਇਸ ਘਟਨਾ ਦਾ ਅਕਸਰ ਜ਼ਿਕਰ ਕਰਦੇ ਹੁੰਦੇ ਸਨ। ਉਹ ਕਹਿੰਦੇ ਸਨ, ਸਿਕੰਦਰ ਉਹ ਇਸ ਧਰਤੀ ਵੱਲ ਵਧਿਆ, ਪੰਜਾਬ ਹਿੰਦੁਸਤਾਨ ਦੇ ਖਿੱਤੇ ਵੱਲ। ਉਹਨੇ ਪੂਰੇ ਯੂਰਪ ਨੂੰ ਆਪਣੇ ਕਬਜ਼ੇ ਵਿੱਚ ਕੀਤਾ। ਜਦੋਂ ਪੰਜਾਬ ਦੀ ਧਰਤੀ ਵੱਲ ਵਧਿਆ ਤੇ ਉਹਨੇ ਜਦੋਂ ਦਰਿਆਏ ਸਿੰਧ ਨੂੰ ਪਾਰ ਕੀਤਾ, ਉਹਦੇ ਨਾਲ ਹਜ਼ਾਰਾਂ ਦੀ ਫੌਜ, ਆਪ ਉਹ ਇੱਕ ਹਾਥੀ ਦੇ ਉੱਪਰ ਸਵਾਰ ਹੈ। ਉਹਦੀਆਂ ਫੌਜਾਂ ਪੈਦਲ ਵੀ ਨੇ, ਘੋੜਿਆਂ ਤੇ ਵੀ ਨੇ, ਉਹਦੇ ਕੋਲ ਤੋਪਾਂ ਵੀ ਨੇ, ਸ਼ਸਤਰ ਵੀ ਨੇ। ਜਿਸ ਵੇਲੇ ਉਹ ਦਰਿਆਏ ਸਿੰਧ ਨੂੰ ਪਾਰ ਕਰਕੇ ਇਸ ਦਰਿਆ ਸਿੰਧ ਤੋਂ ਪਾਰ ਨਿਕਲਿਆ, ਇਹਦੇ ਜਿਹੜੇ ਲਾਹੂ ਲਸ਼ਕਰ ਦੇ ਜਿੱਧਰੋਂ ਲੰਘੇ, ਸੱਚ ਵਿੱਚ ਲੋਕ ਪੈਪੀਤ ਹੋ ਕੇ ਘਰ ਕਾਟ ਛੱਡ ਕੇ ਦੂਰ ਨੱਸ ਗਏ। ਜਦੋਂ ਇਹ ਉਸ ਨਦੀ ਨੂੰ, ਦਰਿਆਏ ਸਿੰਧ ਨੂੰ ਪਾਰ ਕਰਕੇ ਲੰਘਾ ਨਾ, ਇਹਦੇ ਘੋੜਿਆਂ ਦੀਆਂ ਟਾਪਾਂ ਜਿਹੜੀਆਂ ਸਨ, ਜਿਨ੍ਹਾਂ ਤੇ ਇਹਦੇ ਸੈਨਿਕ ਸਵਾਰ ਸਨ, ਉਹ ਰੇਤ ਉੱਡੀ, ਮਿੱਟੀ ਉੱਡੀ, ਦੂਰ ਦੂਰ ਤੱਕ ਅਸਮਾਨ ਦੇ ਵਿੱਚ ਉਹ ਰੇਤ ਨਜ਼ਰ ਕੁਛ ਨਾ ਆਵੇ। ਸਿਕੰਦਰ ਨੇ ਵੇਖਿਆ ਇੱਕ ਇਨਸਾਨ, ਜਿੰਦੀ ਦਰਿਆਏ ਸਿੰਧ ਦੇ ਕੰਢੇ ਤੇ ਇੱਕ ਝੋਪੜੀ ਹੈ। ਉਹਨੇ ਵੇਖਿਆ ਵੀ ਇਹ ਇਨਸਾਨ ਝੋਪੜੀ ਦੇ ਬਾਹਰ, ਆਪਣੀ ਕੁਟੀਆ ਦੇ ਬਾਹਰ ਸੁੱਤਾ ਪਿਆ ਬੜੇ ਆਰਾਮ ਦੇ ਨਾਲ। ਇਹਦੇ ਮਨ 'ਚ ਆਇਆ ਵੀ ਕਮਾਲ ਦੀ ਗੱਲ ਹੈ, ਮੈਂ ਜਿੱਧਰੋਂ ਲੰਘਿਆ ਲੋਕ ਮੌਤ ਤੋਂ ਭੈਭੀਤ ਹੋ ਕੇ ਭੱਜੇ, ਇਹ ਇਨਸਾਨ ਕਿਹੜਾ ਹੈ? ਇਹਦੇ ਮਨ 'ਚ ਖਿਆਲ ਆਇਆ। ਇਤਿਹਾਸ ਲਿਖਦੇ ਨੇ, ਲੋਕ ਕਹਿਣ ਵਾਲੇ ਕਹਿੰਦੇ ਨੇ, ਮਸਕੀਨ ਜੀ ਨੇ ਬਚਨ ਕੇ ਕਹਿਣ ਲੱਗੇ, ਇਹ ਉਸ ਇਨਸਾਨ ਦੇ ਕੋਲੋਂ ਗਿਆ ਉਤਰ ਕੇ। ਉਹਨੂੰ ਜਾ ਕੇ ਕਹਿੰਦਾ, ਤੂੰ ਕੌਣ? ਕਹਿਣ ਲੱਗੇ, ਮੈਂ ਸਾਧੂ ਹਾਂ। ਇਹਨੇ ਬਚਨ ਕੇ ਵੀ ਜੇ ਤੂੰ ਸਾਧੂ ਹੈ, ਤੇਰੇ ਅੰਦਰ ਮੌਤ ਦਾ ਭੈ ਨਹੀਂ, ਤੈਨੂੰ ਪਤਾ ਹੋਣਾ ਚਾਹੀਦਾ ਲੱਖ ਹਜ਼ਾਰਾਂ ਦੀ ਗਿਣਤੀ ਵਿੱਚ ਲਾਹੂ ਲਸ਼ਕਰ ਮੇਰਾ ਜਾਂਦਾ ਪਿਆ। ਮੇਰੇ ਲਾਹੂ ਲਸ਼ਕਰ ਨੂੰ ਵੇਖ ਕੇ ਲੋਕ ਦੂਰੋਂ ਦੂਰੋਂ ਆਪਣੇ ਘਰ ਕਾਟ, ਚੋਪੜੀਆਂ, ਘਰ, ਪਿੰਡ, ਨਗਰ ਛੱਡ ਕੇ ਦੌੜ ਗਏ। ਤੇਰੇ ਅੰਦਰ ਕੋਈ ਡਰ ਨਹੀਂ, ਤੇਰੇ ਅੰਦਰ ਡਰ ਭੈ ਨਹੀਂ ਮੌਤ ਦਾ। ਉਹਨੇ ਇੱਕ ਬਚਨ ਕਿਹਾ ਸਿਕੰਦਰ ਨੂੰ, ਕਹਿਣ ਲੱਗੇ, ਸਿਕੰਦਰ
मौत दा पै ओनू होवे जिन्ने मरना नहीं। जे मरना सब ने है तो फिर मौत दा पै कैसा। उन्हें अगला बचन क्या सिकंदर ने कहन लगे जे इन्नी तेरे अंदर निडरता है, मैनू एक गल दस भी तू सच विच इस झोपड़ी दे अंदर है, तू इन्नी निडरता रखना है, रब नाल तू जुड़े अपने आप नू कहना है, पर सच विच तू अपने नाल किसी होर नू क्यों नहीं इत्थे जोड़ के बैठा। जे तेरे अंदर इन्नी निडरता है, वेख तेरे तेरे इस कुटिया दे अंदर रहन वाले लोग भी मौत तो डर के दौड़ गए। इन्हें सिकंदर नू एक बचन किया जिहड़ा फकीर सी, गलबात चली ते कहन लगे सिकंदर तेरी इस ਜਿਹੜੀ तेरे अंदर ये लालसा है संसार अंदर पूरी जगत ते मेरा कब्जा होवे, मैं तेनों एक सवाल पूछना चाहना, जे वस लगे मेरे सवाल का जवाब जरूर दे के जाए। सिकंदर ने क्या पूछो, इन्हें क्या गल दस मैनू भी तू इन्ने लोगों की कतलो गारत कर रहे, मुल्कां दे मुल्क जित्ती जा रहे है, इन्ने मुल्क जित के तू करेगा की। वो कहन लगा करना की है, एक मुल्क जितया दूजे नूं जितन जाना, दूजा जितया तीजे नूं जितन जाना। एक राजे दे जीवन का यह प्रण हुंदा है, वो अपना राज भाग वड्डा करदा है। मैं भी अपना राज भाग वड्डा कर रहा, पर उन्हें एक बचन क्या कहन लगे, मैंने गल दस किन्ना कु वड्डा राज भाग करना है तू। वो कहन लगे पूरी दुनिया नूं मैं अपने हुक्म विच चलाना है, अपने कब्जे विच करना है। वो कहंदा जिदन पूरी दुनिया तेरे कब्जे विच होगी, साधु फकीर कहंदा है, कह लगा उस दिन की करेगा तू। कहंदा करना की है, जिदन सारी दुनिया हुक्म विच होगी, गल मनन लग पई, मेरे कब्जे विच आ गई, सारी दुनिया ते मेरा हुक्म चलिया, उस दिन मैं आराम नाल फिर बैठांगा अपने महला विच, उस दिन मखमल दे गद्दे ते आराम करांगा। इस साधु ने एक बचन किया, सिकंदर इन्ने लोगों का कतलो गारत कर रहे हैं, इन्ने लोगों के घर उजाड़ रहे हैं, बच्चियां नूं तू छोटे छोटियां नूं मार रहा है। इन्नी कतलो गारत तो बाद जे तू आराम ही करना है, फिर इन्नी कतलो गारत करन दा की फायदा, आराम होने क्यों नहीं करदा। वेख मेरे कोलों कुटिया छोटी जी, इत्थे एक मेरा आसन लगा, एक मैं तेरा ला देना, मैं भी आराम करना ते तू भी आराम कर। इन्ने लोगों नूं मार के आराम करन दा की लाभ। साचे गुरमुखो जिन्हों समझ आ जाए, फरीदा गर्भ जिन्ना वडियाइयां धन जोबन आगा, खाली चले धनी सो टिब्बे ज्यो मीहा। पातशाह कहते ने खाली जाते ने, वो इंज ने जिवें उच्चे टिब्बे मीह तो सकने रह जाते ने। सतगुर कहते ने जे सच विच परिपूर्ण परमात्मा के चरणों विचों निमरता ते हलीमी लैनी है, फिर तेनों उनके वर्गा सुभाव बनाना पएगा। बाबा कबीर साहब जी के 4 बचन ने बाणी के अंदर, वो कहते ने कबीर रोड़ा हुए रहो बाट का, तज मन का अभिमान, ऐसा कोई दास होए ताहे मिले भगवान। कबीर रोड़े की तरह बन जा, वेख राह जांदा कोई ठोकर मार जाए, रोड़ा कदी पुकार के नहीं कहता तू मैनू ठोकर क्यों मारी। पर बाबा कबीर साहब कहते ने रोड़ा हुआ तो क्या पया पंथी को दुख दे, पर सच है जे कोई गरीबड़ा बंदा जिंदे पैरों च जोड़ा ना होवे, ये रोड़ा उनके लिए दुखदाई भी बनता है। बाबा जी कहते ने भगत बनना है ते रोड़े वर्गी निमरता रख, कोई ठोकर मार जाए पर किसी की ठोकर नूं बर्दाश्त करके भी रोड़ा बोलता नहीं। पर रोड़े दे अंदर भी एक अवगुण है, किसी राह जांदे पांदी पैरों च जोड़ा ना होवे ते ओनू दुख देंदा है। बाबा जी कहते ने रोड़ा नहीं, हर जन ऐसा तेरा दास होए जो धरनी में खे। तेरा दास इहो जिहा चाहिदा जिवें धरती ते मिट्टी, पर कहते ने मिट्टी हुई तो क्या पया जो उड़ लागे अंग, हर जन ऐसा चाहिए जो पानी सरबंग। मिट्टी भी हुई तो की हो गया भी। हालांकि ये जीवन के पड़ाव ने साध संगत, ये निराशता वाल ले जाने वाले बोल नहीं। बंदा एक एक स्टैप अगे वधदा जाए, रोड़े की तरह जीवन बनाए, मिट्टी की तरह जीवन बनाए, पानी की तरह जीवन बनाए, तां जाके किते रब की तरह जीवन बनता है। ये जीवन के पड़ाव ने, बंदा इन्हां विचों लंघ के शिखरता ते पहुँचता है। गुरदेव पिता जी कहते ने कबीर जे खे भी होगी तो की होया, किसी दे तन नूं लग के मैला भी कर सकती है। हाँ हवा आई तो उड़ गई, इन्हें पुकार नहीं करनी, पर जो किसी दे तन नूं मैला करदी उदों किसी नूं दुख भी देती है। किसी दी अख विच पै गई,
ਉਹਨੂੰ ਪੀੜਾ ਦਿੰਦੀ, ਪਰ ਰੱਬ ਦਾ ਪਿਆਰਾ ਇਹੋ ਜਿਹਾ ਨਹੀਂ ਚਾਹੀਦਾ। ਉਹ ਇਹਨਾਂ ਹਲੀਮੀ ਵਿੱਚ, ਨਿਮਰਤਾ ਵਿੱਚ ਜੀਣ ਵਾਲਾ ਹੋਣਾ ਚਾਹੀਦਾ ਹੈ ਕਿ ਭੁੱਲ ਕੇ ਵੀ ਉਹ ਕਦੀ ਕਿਸੇ ਨੂੰ ਦੁੱਖ ਨਾ ਦੇਵੇ। ਫਿਰ ਉਹਨਾਂ ਨੇ ਤੀਜੀ ਐਗਜ਼ਾਮਪਲ ਦਿੱਤੀ, ਕਬੀਰ ਖੇ ਹੋਈ ਤੋ ਕਿਆ ਪਿਆ, ਜੋ ਉਡ ਲਾਗੇ ਅੰਗ ਹਰ ਜਨ ਐਸਾ ਚਾਹੀਏ, ਜੋ ਪਾਣੀ ਸਰਬੰਗ ਕਬੀਰ ਪਾਣੀ ਹੁਆ ਤੋ ਕਿਆ ਪਿਆ, ਸੀਰਾ ਤਾਤਾ ਹੋਏ। ਇਹ ਵੀ ਠੰਡਾ ਤੇ ਤੱਤਾ ਸੁਭਾਅ ਬਦਲਦਾ ਹੈ। ਰੱਬ ਦੇ ਪਿਆਰੇ ਕਦੀ ਸੁਭਾਅ ਨਹੀਂ ਬਦਲਦੇ। ਅੰਤ ਵਿੱਚ ਜਾ ਕੇ ਬਾਬਾ ਜੀ ਕਹਿੰਦੇ ਨੇ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਬਸ ਇੱਥੇ ਮੈਂ ਵਿਚਾਰਾਂ ਦੀ ਸੰਪੂਰਨਤਾ ਕਰਨੀ ਹੈ। ਸਾਧ ਸੰਗਤ, ਗੁਰੂ ਦੀ ਸ਼ਰਨ ਵਿੱਚ ਆਪਾਂ ਸਾਰੇ ਆਨੇ ਆ। ਸਾਡਾ ਸਭਨਾਂ ਦਾ ਮਨੋਰਥ ਹੋਣਾ ਚਾਹੀਦਾ ਹੈ ਕਿ ਅਸੀਂ ਇਹੋ ਜਿਹੇ ਬਣਨਾ, ਜਿਹੋ ਜਿਹਾ ਕਰਤਾ ਪਰਮਾਤਮਾ ਆਪ ਹੈ। ਅਸੀਂ ਆਪਣਾ ਜੀਵਨ ਇਹੋ ਜਿਹਾ ਬਣਾਉਣਾ ਹੈ, ਪਰ ਇਹੋ ਜਿਹਾ ਜੀਵਨ ਤਾਂ ਬਣੇਗਾ ਜੇ ਉਸ ਕਰਤੇ ਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰ ਲਵਾਂਗੇ। ਵੇਖੋ, ਦੁਨੀਆ ਵਿੱਚ ਬੰਦਾ ਕਿਸੇ ਵਰਗਾ ਬਿਜ਼ਨਸਮੈਨ ਬਣਨਾ ਚਾਹੁੰਦਾ ਹੈ, ਉਹਦੀ ਬਾਇਓਗ੍ਰਾਫੀ ਪੜ੍ਹਦਾ ਹੈ, ਉਹਦਾ ਜੀਵਨ ਪੜ੍ਹਦਾ, ਉਹਦੇ ਵਰਗਾ ਬਣਨ ਦਾ ਯਤਨ ਕਰਦਾ ਹੈ। ਸਤਿਗੁਰੂ ਕਹਿੰਦੇ ਨੇ, ਤੂੰ ਗੁਰੂ ਦੇ ਗੁਣਾਂ ਨੂੰ ਚੇਤੇ ਕਰ, ਤੂੰ ਗੁਰੂ ਦੀ ਪਰਮਾਤਮਾ ਦੀ ਬਾਇਓਗ੍ਰਾਫੀ ਗੁਰੂ ਦੇ ਦਿੱਤੇ ਗੁਣਾਂ ਦੇ ਰਾਹੀਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਰਾਹੀਂ ਪੜ੍ਹ। ਵੇਖ, ਇਹ ਗੁਣ ਤੈਨੂੰ ਇੰਨੀ ਸ਼ਿਖਰਤਾ ਤੇ ਲੈ ਕੇ ਜਾਣਗੇ ਜਿੱਥੇ ਤੂੰ ਉਸ ਕਰਤੇ ਦਾ ਰੂਪ ਹੋ ਕੇ ਨਿਬੜੇਗਾ। ਸਤਿਗੁਰੂ ਜੀ ਇਸੇ ਕਰਕੇ ਬਚਨ ਬਾਣੀ ਵਿੱਚ ਕਹਿ ਰਹੇ ਨੇ, ਰੋਸ਼ ਨਾ ਕਾਹੂ ਸੰਗ ਕਰੋ, ਆਪਣੇ ਆਪ ਵਿਚਾਰ, ਹੋਏ ਨਿਮਾਣਾ ਜਗ ਰਹੋ, ਨਾਨਕ ਨਦਰੀ ਪਾਰ। ਨਿਮਾਣਾ ਹੋ ਕੇ ਰਹਿ, ਗੁਰੂ ਦੀ ਨਜ਼ਰ ਤੇਰੇ ਤੇ ਹੋਏਗੀ, ਤੂੰ ਸੰਸਾਰ ਭਵਜਲ ਤੋਂ ਪਾਰ ਹੋ ਜਾਏਗਾ।